ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੂਡੈਂਟਸ। ਸੋ ਬੇਟਾ ਸਾਡਾ ਨੈਕਸਟ ਆਰਟੀਕਲ ਦੈਟ ਇਜ਼ ਰੀਅਲ ਡੈਪਥ ਐਂਡ ਅਪਰੈਂਟ ਡੈਪਥ। ਠੀਕ ਹੈ, ਰੀ ਆਪਟਿਕਸ ਐਂਡ ਆਪਟੀਕਲ ਇੰਸਟਰੂਮੈਂਟਸ ਜਿਹੜਾ ਚੈਪਟਰ ਆ ਉਹਦਾ ਸਾਡਾ ਸੈਕਿੰਡ ਲੈਕਚਰ ਆ। ਠੀਕ ਹੈ, ਸੋ ਇਹਦੇ ਵਿੱਚ ਰੀਅਲ ਡੈਪਥ ਐਂਡ ਅਪਰੈਂਟ ਡੈਪਥ ਦੇ ਬਾਰੇ ਅਸੀਂ 10th ਕਲਾਸ 'ਚ ਵੀ ਗੱਲ ਕੀਤੀ ਸੀ ਕਿ ਜਿਵੇਂ ਇੱਕ ਆਬਜੈਕਟ ਲੈਟ ਅਸ ਸਪੋਜ਼, ਠੀਕ ਹੈ, ਦੇਖੋ ਆ ਇੱਕ ਕੰਟੇਨਰ ਆ। ਠੀਕ ਹੈ, ਇਹਦੇ 'ਚ ਵਾਟਰ ਅਸੀਂ ਪਾਇਆ ਹੋਇਆ। ਠੀਕ ਹੈ, ਏਅਰ ਉੱਪਰ ਹੈਗੀ ਹੈ। ਠੀਕ ਹੈ, we know that water ਦਾ ਜਿਹੜਾ ਰਿਫਰੈਕਟਿਵ ਇੰਡੈਕਸ ਆ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਏਅਰ, ਸੋ ਇਟ ਇਜ਼ ਆਪਟੀਕਲੀ ਡੈਂਸਰ ਦੈਨ ਦਾ ਏਅਰ। ਸੋ ਏਅਰ ਕੀ ਹੋ ਜਾਏਗੀ ਆਪਟੀਕਲੀ ਰੇਅਰਰ ਮੀਡੀਅਮ ਐਂਡ ਵਾਟਰ ਕੀ ਹੋਏਗਾ ਆਪਟੀਕਲੀ ਡੈਂਸਰ। ਠੀਕ ਹੈ, ਅਗਰ ਆਪਾਂ ਇਸ ਕੰਟੇਨਰ ਦੇ ਵਿੱਚ ਟਰਾਂਸਪੇਰੈਂਟ ਕੰਟੇਨਰ ਹੈ, ਇਹਦੇ ਵਿੱਚ ਆਪਾਂ ਇੱਕ ਕੋਇਨ ਜਿਹੜਾ ਜਾਂ ਕੋਈ ਆਬਜੈਕਟ ਉਹ ਜਿਹੜਾ ਹੈ ਉਹ ਰੱਖਿਆ ਹੋਇਆ ਬਾਟਮ ਤੇ। ਠੀਕ ਹੈ, ਵਾਟਰ ਦੇ ਵਿੱਚ ਇਹ ਆਪਾਂ ਸਿੰਪਲੀ ਦੇਖਦੇ ਵੀ ਹਾਂ। ਠੀਕ ਹੈ, ਜਿਵੇਂ ਆਪਾਂ ਸਪੋਜ਼ ਕਰੋ ਇੱਕ ਟੱਬ ਦੇ ਵਿੱਚ ਕੋਈ ਆਬਜੈਕਟ ਆਪਾਂ ਡਿਪ ਕਰਦੇ ਹਾਂ। ਠੀਕ ਹੈ, ਤੇ ਪਾਣੀ 'ਚ ਉਹਨੂੰ ਉੱਪਰੋਂ ਦੇਖਦੇ ਹਾਂ ਤਾਂ ਉਹਦੀ ਹਾਈਟ ਜਿਹੜੀ ਉਹ ਰੇਜ਼ਡ ਨਜ਼ਰ ਆਉਂਦਾ ਸਾਨੂੰ। ਠੀਕ ਹੈ ਨਾ, ਉਹ ਸਾਨੂੰ ਉਹਦੀ ਡੈਪਥ ਜਿਹੜੀ ਆ, ਮਤਲਬ ਜਿਵੇਂ ਤੁਸੀਂ ਕਈ ਵਾਰੀ ਦੇਖੋ, ਕਈ ਵਾਰੀ ਪੂਲ ਜਾਂ ਚੁਬੱਚੇ ਦੇ ਵਿੱਚ ਆਪਾਂ ਨੂੰ ਨਾ ਕਈ ਵਾਰੀ ਉਹਦਾ ਜਿਹੜਾ ਫਲੋਰ ਹੈਗਾ ਨੀਚੇ ਉਹ ਨਜ਼ਰ ਆਉਂਦਾ ਹੋਵੇ ਪਾਣੀ ਦੇ ਵਿੱਚੋਂ, ਤੇ ਉਹ ਸਾਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਇਹ ਜਿਹੜਾ ਘੱਟ ਡੈਪਥ ਦਾ ਹੈਗਾ। ਠੀਕ ਹੈ, ਜਦੋਂ ਆਪਾਂ ਉਹਦੇ 'ਚ ਪੈਰ ਪਾਉਂਦੇ ਤਾਂ ਜ਼ਿਆਦਾ ਡੈਪਥ, ਮਤਲਬ ਇੱਕੋ ਦਮ ਪੈਰ ਸਾਡਾ ਨੀਚੇ ਜਾਂਦਾ ਹੈ। ਠੀਕ ਹੈ ਨਾ, ਸੋ ਕੀ ਹੈਗਾ ਬੇਸਿਕਲੀ ਰੀਅਲ ਡੈਪਥ, ਇਹਦਾ ਮਤਲਬ ਸਾਨੂੰ ਐਕਚੁਅਲ ਜਿਹੜੀ ਡੈਪਥ ਆ ਉਹ ਨਜ਼ਰ ਨਹੀਂ ਆਉਂਦੀ, ਰੀਅਲ ਡੈਪਥ ਸਾਨੂੰ ਨਜ਼ਰ ਨਹੀਂ ਆ ਰਹੀ। ਠੀਕ ਹੈ, ਜਦੋਂ ਆਪਾਂ ਦੇਖਦੇ ਹਾਂ ਸਾਨੂੰ ਅਪਰੈਂਟ ਡੈਪਥ ਨਜ਼ਰ ਆਉਂਦੀ ਹੈ। ਸੋ ਆਪਾਂ ਉਹ ਜਿਹੜੀ ਅਪਰੈਂਟ ਡੈਪਥ ਕਿੰਨੀ ਆਉਂਦੀ ਹੈ, ਠੀਕ ਹੈ, ਨਜ਼ਰ ਸਾਨੂੰ, ਠੀਕ ਹੈ, ਉਹਦੇ ਬਾਰੇ ਆਪਾਂ ਰਿਲੇਸ਼ਨ ਜਿਹੜਾ ਉਹ ਫਾਈਂਡ ਕਰਾਂਗੇ। ਠੀਕ ਹੈ, ਸੋ ਦੇਖੋ ਇਹਦੇ 'ਚ ਕੀ ਹੈਗਾ, ਸਿੰਪਲ, ਬਹੁਤ ਸਿੰਪਲ ਆਰਟੀਕਲ ਆ। ਠੀਕ ਹੈ, ਸੋ ਇਹ ਵਾਟਰ ਜਿਹੜਾ ਬੇਟਾ ਇਹਦੇ 'ਚ ਅਸੀਂ ਆਬਜੈਕਟ ਉਹ ਰੱਖਿਆ। ਠੀਕ ਹੈ, let us take that water which is denser as compared to air, ਇਹਦਾ ਜਿਹੜਾ ਰਿਫਰੈਕਟਿਵ ਇੰਡੈਕਸ ਆ ਉਹ N2 ਲੈ ਲਿਆ ਅਸੀਂ। ਠੀਕ ਹੈ, 에ਅਰ ਦਾ ਰਿਫਰੈਕਟਿਵ ਇੰਡੈਕਸ N1 ਲੈ ਲਿਆ, ਨਿਊ 1 ਲੈ ਲਓ, N1 ਲੈ ਲਓ। ਠੀਕ ਹੈ, ਮਤਲਬ ਸਿੰਬਲ ਕੋਈ ਵੀ ਯੂਜ਼ ਕਰ ਸਕਦੇ N ਤੇ ਨਿਊ ਚੋਂ। ਠੀਕ ਹੈ, ਸੋ ਵਾਟਰ ਦਾ ਰਿਫਰੈਕਟਿਵ ਇੰਡੈਕਸ N2 ਆ ਵਿਚ ਇਜ਼ ਡੈਂਸਰ ਐਂਡ 에ਅਰ ਦਾ N1 ਆ। ਠੀਕ ਹੈ, ਸੋ ਆਬਜੈਕਟ ਦੀ ਜਿਹੜੀ ਡੈਪਥ ਹੈਗੀ ਰੀਅਲ ਡੈਪਥ D। ਠੀਕ ਹੈ, ਰੀਅਲ ਡੈਪਥ D ਫਰੋਮ ਦਾ ਸਰਫ, ਡੈਪਥ ਕਿੱਥੋਂ ਲੈਣੀ ਅਸੀਂ ਸਰਫੇਸ ਆਫ ਵਾਟਰ ਤੋਂ, ਸਰਫੇਸ ਹੈਗਾ ਵਾਟਰ ਦਾ। ਠੀਕ ਹੈ, ਸੋ ਆਬਜੈਕਟ ਇਜ਼ ਐਟ D ਡੈਪਥ ਫਰੋਮ ਦਾ ਸਰਫੇਸ ਆਫ ਵਾਟਰ। ਠੀਕ ਹੈ, ਹੁਣ ਕੋਈ ਬੰਦਾ ਮੰਨ ਲਓ ਬਾਹਰੋਂ ਦੇਖ ਰਿਹਾ, ਠੀਕ ਹੈ ਨਾ, ਇਸ ਆਬਜੈਕਟ ਨੂੰ। ਠੀਕ ਹੈ, ਸੋ ਕੋਈ ਵੀ ਆਬਜੈਕਟ ਸਾਨੂੰ ਤਾਂ ਨਜ਼ਰ ਆਉਂਦਾ ਹੈ ਜਦੋਂ ਉਸ ਆਬਜੈਕਟ ਤੋਂ ਲਾਈਟ, ਠੀਕ ਹੈ, ਰਿਫਲੈਕਟ ਹੋ ਕੇ ਸਾਡੀਆਂ ਆਈਜ਼ 'ਚ ਐਂਟਰ ਕਰਦੀ ਹੈ। ਠੀਕ ਹੈ, ਅਗਰ ਤੇ ਮੰਨ ਲਓ ਉੱਪਰੋਂ ਨਾਰਮਲੀ ਦੇਖੇਗਾ ਕੋਈ ਬੰਦਾ ਤੇ ਅਲੋਂਗ ਦੀ ਨਾਰਮਲ, ਇੱਥੇ ਮੀਡੀਅਮ ਚੇਂਜ ਹੋ ਰਿਹਾ ਸਰਫੇਸ ਆਫ ਵਾਟਰ ਤੇ ਅਲੋਂਗ ਦੀ ਨਾਰਮਲ ਬੇਟਾ ਜਿਹੜੀ ਲਾਈਟ ਜਾਂਦੀ ਹੈ, ਠੀਕ ਹੈ, ਉਹ ਸਾਡੀ ਉਸੇ ਰਸਤੇ ਹੀ ਵਾਪਸ, ਠੀਕ ਹੈ, ਚਲੀ ਜਾਏਗੀ। ਸੋ ਦੇਖੋ ਅਗਰ ਆਪਾਂ ਉੱਪਰੋਂ ਵਿਊ ਕਰਦੇ ਹਾਂ ਤੇ ਕੀ ਹੋਏਗਾ ਸਾਡੇ ਕੋਲ। ਠੀਕ ਹੈ, ਇਸ ਜਿਹੜੀ ਲਾਈਟ ਰੇ ਆ ਇਸ ਆਬਜੈਕਟ ਤੋਂ ਸਿੱਧੀ, ਠੀਕ ਹੈ, ਅਲੋਂਗ ਦੀ ਨਾਰਮਲ, ਕਿਉਂਕਿ ਐਂਗਲ ਆਫ ਇਨਸੀਡੈਂਸ 0 ਹੋਏਗਾ। ਠੀਕ ਹੈ, ਸੋ ਉੱਪਰ ਸਿੱਧਾ ਵਿਦਾਊਟ ਬੈਂਡਿੰਗ ਜਿਹੜੀ ਲਾਈਟ ਰੇ ਆ ਬਾਹਰ ਨੂੰ ਆਏਗੀ। ਠੀਕ ਹੈ, ਅਗਰ ਆਪਾਂ ਉੱਪਰੋਂ ਵਿਊ ਕਰਦੇ ਹਾਂ। ਠੀਕ ਹੈ, ਇਹ ਵਾਲਾ ਆਬਜੈਕਟ ਨਹੀਂ ਲੈਣਾ, ਇਹ ਇਮੇਜ ਹੈਗਾ, ਬਾਅਦ 'ਚ ਬਣੇਗਾ ਇਹ। ਠੀਕ ਹੈ, ਦਿਸ ਇਜ਼ ਆਬਜੈਕਟ, ਇੱਥੋਂ ਲਾਈਟ ਰੇ ਸਿੱਧੀ ਆਏਗੀ ਵਿਦਾਊਟ ਬੈਂਡਿੰਗ। ਠੀਕ ਹੈ, ਸੋ ਇੱਕ ਲਾਈਟ ਰੇ ਅਸੀਂ ਲੈਂਦੇ ਹਾਂ ਇੱਦਾਂ, ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਇਮੇਜ ਬਣਾਉਣਾ ਹੁੰਦਾ ਹੈ ਤੇ ਅਸੀਂ ਦੋ ਰਿਫਲੈਕਟਡ ਰੇ ਜਾਂ ਰੀਫਰੈਕਟਡ ਰੇਜ਼ ਜਿਹੜੀਆਂ ਹੈ ਨਾ, ਉਹਨਾਂ ਨੂੰ ਜਦੋਂ ਦੋ ਰੀਫਰੈਕਟਡ ਰੇਜ਼ ਕ੍ਰਾਸ ਕਰਨਗੀਆਂ, ਠੀਕ ਹੈ, ਉੱਥੇ ਇਮੇਜ ਬਣਦਾ। ਠੀਕ ਹੈ, ਜਦੋਂ ਅਸੀਂ ਇਮੇਜ ਫਾਰਮੇਸ਼ਨ ਕੀਤਾ ਸੀਗਾ, ਠੀਕ ਹੈ, ਇਹ ਦੇਖਿਆ ਸੀਗਾ ਕਿ ਲੈਂਸਿਸ ਜਿਹੜੇ ਕੋਈ ਆਬਜੈਕਟ ਆਪਾਂ ਲੈਂਸ ਦੇ ਨੇੜੇ ਰੱਖਦੇ ਆਪਾਂ ਅੱਗੇ ਕਰਨਾ ਵੀ ਆ। ਠੀਕ ਹੈ, ਤੇ ਇਮੇਜ ਕਿੱਥੇ ਬਣਦਾ ਜਿੱਥੇ ਦੋ ਰੀਫਰੈਕਟਡ ਰੇਜ਼ ਇੱਕ ਦੂਜੇ ਨੂੰ ਕ੍ਰਾਸ ਕਰਦੀਆਂ। ਸੋ ਇੱਕ ਰੇ ਤੇ ਇਹ ਵਾਲੀ ਲੈ ਲਈ ਆਪਾਂ ਸਿੱਧੀ ਵਾਲੀ, ਦੂਸਰੀ ਆਪਾਂ ਲੈਨੇ ਕਿ ਲੈਟ ਅਸ ਸਪੋਜ਼ ਕਿ ਇੱਕ ਰੇ ਜਿਹੜੀ ਆਬਜੈਕਟ ਤੋਂ ਆ ਰਹੀ ਹੈ ਇਧਰੋਂ ਆ ਰਹੀ ਹੈ। ਠੀਕ ਹੈ, ਹੁਣ ਇਹ ਨਾਰਮਲ ਹੈਗਾ, ਨਾਰਮਲ ਟੂ ਦੀ ਇੰਟਰਫੇਸ। ਠੀਕ ਹੈ, ਹੁਣ ਇਹ ਜਿਹੜੀ ਰੇ ਆ ਬੇਟਾ ਧਿਆਨ ਨਾਲ ਦੇਖੋ। ਠੀਕ ਹੈ, ਇਹ ਡੈਂਸਰ ਟੂ ਰੇਅਰਰ ਜਾ ਰਹੀ ਹੈ, ਅਗਰ ਡੈਂਸਰ ਟੂ ਰੇਅਰਰ ਜਾਏਗੀ ਇਟ ਵਿਲ ਬੈਂਡ ਅਵੇ ਫਰੋਮ ਦੀ ਨਾਰਮਲ। ਇਹਨੇ ਜਾਣਾ ਸਿੱਧਾ ਸੀਗਾ ਇੱਧਰ, ਪਰ ਇਹ ਬੈਂਡ ਕਰ ਗਈ ਅਵੇ ਫਰੋਮ ਦੀ ਨਾਰਮਲ, ਬਾਹਰ ਨੂੰ ਬੈਂਡ ਕਰ ਗਈ। ਸੋ ਜਿਹੜਾ ਅਬਜ਼ਰਵਰ ਇੱਥੇ ਹੋਏਗਾ ਉਹਨੂੰ ਕੀ ਲੱਗੇਗਾ ਕਿ ਲਾਈਟ ਰੇ ਕਿੱਥੋਂ ਆ ਰਹੀ ਹੈ, ਉਹ ਇਹਨੂੰ ਪਿੱਛੇ ਐਕਸਟੈਂਡ ਕਰੇਗਾ, ਇੱਥੇ ਇੱਥੋਂ, ਠੀਕ ਹੈ, ਆ ਰਹੀ ਲੱਗਦੀ ਹੋਏਗੀ ਉਹਨੂੰ। ਠੀਕ ਹੈ, ਹੁਣ ਧਿਆਨ ਨਾਲ ਦੇਖੋ, ਇੱਕ ਲਾਈਟ ਰੇ, ਠੀਕ ਹੈ, ਇੱਧਰ, ਠੀਕ ਹੈ, ਉਹਨੂੰ ਇੱਥੋਂ ਆ ਰਹੀ ਨਜ਼ਰ ਆ ਰਹੀ ਹੈ। ਠੀਕ ਹੈ, ਇੱਕ ਲਾਈਟ ਰੇ ਇਹ ਵਾਲੀ ਹੈ, ਦੋਨੋਂ ਕ੍ਰਾਸ ਕਿੱਥੇ ਕੀਤੀਆਂ ਇਸ ਪੁਆਇੰਟ ਤੇ। ਸੋ ਅਬਜ਼ਰਵਰ ਨੂੰ ਜਿਹੜਾ ਬਾਹਰੋਂ ਦੇਖ ਰਿਹਾ ਉਹਨੂੰ ਬੇਟਾ ਜਿਹੜਾ ਆਬਜੈਕਟ ਆ ਉਹਦੀ ਡੈਪਥ ਉਹ ਕਿੱਥੇ ਆਏਗਾ ਨਜ਼ਰ, ਇੱਥੇ ਨਜ਼ਰ ਆਏਗਾ। ਠੀਕ ਹੈ ਨਾ, ਇਹ ਵਾਲੀ ਜਿਹੜੀ ਲਾਈਟ ਰੇ ਉਹਨੂੰ ਬੈਂਡ ਹੋਈ, ਠੀਕ ਹੈ, ਉਹ ਇੱਥੇ ਨਜ਼ਰ ਆਏਗੀ। ਠੀਕ ਹੈ, ਇੱਥੋਂ ਆਉਂਦੀ ਨਜ਼ਰ ਆਏਗੀ। ਸੋ ਅਬਜ਼ਰਵਰ ਨੂੰ ਇਮੇਜ ਇੱਥੇ ਨਜ਼ਰ ਆਏਗਾ। ਠੀਕ ਹੈ, ਸੋ ਉਹਨੂੰ ਰੀਅਲ ਡੈਪਥ D ਨਜ਼ਰ ਨਹੀਂ ਆਏਗੀ, ਉਹਨੂੰ ਕਿਹੜੀ ਡੈਪਥ ਨਜ਼ਰ ਆਏਗੀ, ਦਿਸ ਵਨ, ਇਹ ਵਾਲੀ ਡੈਪਥ ਵਿਚ ਇਜ਼ ਡਿਨੋਟਡ ਬਾਈ D ਡੈਸ਼। ਠੀਕ ਹੈ, ਅਪਰੈਂਟ ਡੈਪਥ। ਠੀਕ ਹੈ, ਕਲੀਅਰ। ਸੋ ਅਬਜ਼ਰਵਰ ਜਿਹੜਾ ਬਾਹਰੋਂ ਦੇਖ ਰਿਹਾ ਉਹਨੂੰ ਬੇਟਾ ਰੀਅਲ ਡੈਪਥ ਜਿਹੜੀ ਆਬਜੈਕਟ ਦੀ ਨਜ਼ਰ ਨਹੀਂ ਆਉਣੀ, ਦੈਟ ਇਜ਼ ਰੀਅਲ ਡੈਪਥ ਨਜ਼ਰ ਆਏਗੀ। ਠੀਕ ਹੈ, ਸੋ ਉਹਦਾ ਰਿਲੇਸ਼ਨ ਕੀ ਹੋਏਗਾ, ਠੀਕ ਹੈ, ਰਿਫਰੈਕਟਿਵ ਇੰਡੈਕਸ ਆਫ ਦਾ ਮੀਡੀਅਮ, ਪੇਅਰ ਆਫ ਮੀਡੀਆ ਦੇ ਨਾਲ ਉਹਦਾ ਰਿਲੇਸ਼ਨ ਕੀ ਹੈਗਾ,
N2 by N1 ਇਹਨੂੰ ਅਸੀਂ ਡਰਾਈਵ ਵੀ ਕਰਨਾ ਹੈ, ਠੀਕ ਹੈ। ਪਹਿਲਾਂ ਅਸੀਂ ਸਿੱਧਾ ਰਿਲੇਸ਼ਨ ਦੇਖ ਲੈਂਦੇ ਹਾਂ। N2 by N1 where N2 is the refractive index of denser medium, N1 is the refractive index of rarer medium is equals to real depth by apparent depth. This is the relation between refractive index and real depth and apparent depth, ठीक है, of the media. So ਹੁਣ ਕੀ ਹੈਗਾ, ਸੋ ਇਹਦੇ 'ਚ ਖਿਆਲ ਰੱਖੋ, ਇਹ ਰਿਲੇਸ਼ਨ ਜਿਹੜਾ ਸਾਨੂੰ ਯਾਦ ਰੱਖਣਾ ਹੈ। ਦਿਸ ਇਜ਼ ਰਿਫਰੈਕਟਿਵ ਇੰਡੈਕਸ ਆਫ ਡੈਂਸਰ ਮੀਡੀਅਮ ਟੂ ਦਾ ਰੇਸ਼ੋ ਆਫ ਰਿਫਰੈਕਟਿਵ ਇੰਡੈਕਸ ਆਫ ਡੈਂਸਰ ਮੀਡੀਅਮ ਟੂ ਦਾ ਰਿਫਰੈਕਟਿਵ ਇੰਡੈਕਸ ਆਫ ਰੇਅਰਰ ਮੀਡੀਅਮ ਇਜ਼ ਇਕੁਅਲਸ ਟੂ ਰੀਅਲ ਡੈਪਥ ਬਾਈ ਅਪਰੈਂਟ ਡੈਪਥ। ਇਹ ਰਿਲੇਸ਼ਨ ਡਿਰਾਈਵ ਵੀ ਕਰਾਂਗੇ। ਸੋ ਠੀਕ ਹੈ, ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਜਿਹੜੀ ਡੈਪਥ ਹੈਗੀ ਰੀਅਲ ਡੈਪਥ ਅਪਰੈਂਟ ਡੈਪਥ ਦੋਨੋਂ ਬੇਟਾ ਸਰਫੇਸ ਆਫ ਵਾਟਰ ਤੋਂ ਤੁਸੀਂ ਆਲਵੇਜ਼ ਦੇ ਸ਼ੁੱਡ ਬੀ ਮੈਜ਼ਰਡ ਫਰੋਮ ਦਾ ਸਰਫੇਸ, ਠੀਕ ਹੈ। ਸੋ N2 ਕਿਹੜਾ ਲੈਣਾ ਤੁਸੀਂ? ਹੁਣ ਇਹਦੇ ਚ ਦੇਖੋ ਆਪਾਂ ਰੇਅਰਰ ਨੂੰ ਵੀ ਤੇ N2 ਲੈ ਸਕਦੇ ਸੀ, N1 ਡੈਂਸਰ ਨੂੰ ਲੈ ਸਕਦੇ। ਇਹਦਾ ਪੱਕਾ ਖਿਆਲ ਰੱਖਣਾ ਹੈ ਕਿ N2 ਲੈਣਾ ਹੈ ਉਥੋਂ ਜਿੱਧਰੋਂ ਲਾਈਟ ਆ ਰਹੀ ਹੈ, ਫਰੋਮ ਵੇਅਰ ਦਾ ਲਾਈਟ ਇਜ਼ ਕਮਿੰਗ। ਉਹ ਵਾਲੇ ਮੀਡੀਅਮ ਦੇ ਰਿਫਰੈਕਟਿਵ ਇੰਡੈਕਸ ਨੂੰ ਤੁਸੀਂ N2 ਲੈਣਾ, ਆਬਜੈਕਟ ਦੇ ਹਿਸਾਬ ਨਾਲ ਨਹੀਂ ਲੈਣਾ ਵੀ ਆਬਜੈਕਟ ਕਿੱਥੇ ਪਿਆ। ਸਿੱਧਾ ਯਾਦ ਰੱਖੋ ਇਹ ਵਾਲੀ ਲਾਈਨ ਕਿ N2 ਰਿਫਰੈਕਟਿਵ ਇੰਡੈਕਸ ਕਿਹੜੇ ਮੀਡੀਅਮ ਦਾ ਲੈਣਾ ਹੈ, ਰੇਅਰਰ ਜਾਂ ਡੈਂਸਰ ਚੋਂ, ਜਿੱਧਰੋਂ ਲਾਈਟ ਆ ਰਹੀ ਹੈ, ਫਰੋਮ ਵੇਅਰ ਦਾ ਲਾਈਟ ਇਜ਼ ਕਮਿੰਗ। N1 ਰਿਫਰੈਕਟਿਵ ਇੰਡੈਕਸ ਲਓਗੇ ਤੁਸੀਂ ਫਰੋਮ ਟੂ ਵੇਅਰ ਦਾ ਲਾਈਟ ਇਜ਼ ਗੋਇੰਗ, ਕਿ ਲਾਈਟ ਕਿੱਧਰ ਨੂੰ ਜਾ ਰਹੀ। ਹੁਣ ਧਿਆਨ ਨਾਲ ਦੇਖੋ, ਲਾਈਟ ਵਾਟਰ ਚੋਂ ਆ ਰਹੀ ਸੀ, ਸੋ N2 ਲਿਆ ਆਪਾਂ ਇਹਨੂੰ, ਠੀਕ ਹੈ, ਫਰੋਮ ਵੇਅਰ ਦਾ ਲਾਈਟ ਇਜ਼ ਕਮਿੰਗ N2, ਠੀਕ ਹੈ। ਲਾਈਟ 에ਅਰ 'ਚ ਜਾ ਰਹੀ ਸੀ, ਆਪਾਂ N1 ਲਿਆ, 에ਅਰ ਦਾ ਰਿਫਰੈਕਟਿਵ ਇੰਡੈਕਸ, ਠੀਕ ਹੈ। ਇਹ ਗੱਲ ਦਾ ਖਿਆਲ ਰੱਖਣਾ ਹੈ। ਸੋ ਹੁਣ ਅਸੀਂ ਡੈਰੀਵੇਸ਼ਨ ਕਰਾਂਗੇ ਟੂ ਫਾਈਂਡ ਦਿਸ ਰਿਲੇਸ਼ਨ। ਇਸ ਰਿਲੇਸ਼ਨ ਦੀ ਡੈਰੀਵੇਸ਼ਨ N2 by N1 ਇਜ਼ ਇਕੁਅਲ ਟੂ D by D ਡੈਸ਼, ਠੀਕ ਹੈ। ਸੋ ਦੇਖੋ ਅਸੀਂ ਇੱਕ ਆਬਜੈਕਟ ਰੱਖਿਆ O ਬੇਟਾ, ਠੀਕ ਹੈ। ਇੱਥੋਂ ਇੱਕ ਰੇ ਅਪਵਰਡ ਗਈ, ਠੀਕ ਹੈ, ਵਿਦਆਊਟ ਬੈਂਡਿੰਗ ਜਾਏਗੀ ਬਿਕੋਜ਼ ਇਹ ਨਾਰਮਲ ਦੇ ਅਲੋਂਗ ਜਾ ਰਹੀ ਹੈ, ਠੀਕ ਹੈ। ਆ ਸਰਫੇਸ ਹੈਗਾ, ਸਰਫੇਸ ਤੋਂ ਜਿਹੜੀ ਆਬਜੈਕਟ ਦੀ ਰੀਅਲ ਡੈਪਥ ਆ ਡੈਟ ਇਜ਼ D, ਠੀਕ ਹੈ। ਹੁਣ ਉਸੇ ਤਰ੍ਹਾਂ ਹੀ ਅਸੀਂ ਇੱਕ ਰੇ ਇੱਥੇ ਪਾਈ, ਠੀਕ ਹੈ, ਨਾਰਮਲ ਦੇ ਨਾਲ ਐਂਗਲ ਆਫ ਇੰਸੀਡੈਂਸ I ਬਣਾਏਗੀ, ਠੀਕ ਹੈ। ਹੁਣ ਇਹ ਡੈਂਸਰ ਟੂ ਰੇਅਰਰ ਜਾ ਰਹੀ ਹੈ, ਡੈਂਸਰ, ਠੀਕ ਹੈ, ਜਿਹੜਾ ਮੀਡੀਅਮ ਆ ਉਹ ਵਾਟਰ ਆ, ਰੇਅਰਰ ਆਪਾਂ 에ਅਰ ਲੈ ਰਹੇ ਹਾਂ, ਠੀਕ ਹੈ। ਜ਼ਰੂਰੀ ਨਹੀਂ ਵੀ ਵਾਟਰ ਹੀ, ਹੋਰ ਕੋਈ ਮੀਡੀਅਮ ਵੀ ਡੈਂਸਰ ਹੋ ਸਕਦਾ, ਠੀਕ ਹੈ ਨਾ। ਸੋ ਅਵੇ ਫਰੋਮ ਦੀ ਨਾਰਮਲ ਬੈਂਡ ਹੋਗੀ, ਜਦੋਂ ਅਵੇ ਫਰੋਮ ਦੀ ਨਾਰਮਲ ਬੈਂਡ ਹੋਗੀ ਪਿੱਛੇ ਨੂੰ ਐਕਸਟੈਂਡ ਕਰਾਂਗੇ ਤੇ ਅਬਜ਼ਰਵਰ ਨੂੰ ਇਮੇਜ ਇੱਥੇ ਨਜ਼ਰ ਆਏਗਾ, ਠੀਕ ਹੈ। ਸੋ ਦਿਸ ਇਜ਼ ਐਂਗਲ ਆਫ ਇੰਸੀਡੈਂਸ। ਨਾਰਮਲ ਤੇ ਇੰਸੀਡੈਂਟ ਰੇ 'ਚ ਐਂਗਲ ਜਿਹੜਾ ਬਣਦਾ ਐਂਗਲ ਆਫ ਇੰਸੀਡੈਂਸ, ਨਾਰਮਲ ਤੇ ਰੀਫਰੈਕਟਡ ਰੇ 'ਚ ਜਿਹੜਾ ਐਂਗਲ ਬਣਦਾ ਐਂਗਲ ਆਫ ਰੀਫਰੈਕਸ਼ਨ, ਠੀਕ ਹੈ। ਅਗਰ ਇਹ ਐਂਗਲ ਆਫ ਰੀਫਰੈਕਸ਼ਨ ਹੈ ਤੇ ਦਿਸ ਵਿਲ ਆਲਸੋ ਬੀ ਐਂਗਲ ਆਫ ਰੀਫਰੈਕਸ਼ਨ, ਕੋਰਸਪੋਂਡਿੰਗ ਐਂਗਲ ਬਣਦੇ ਪਏ, ਧਿਆਨ ਨਾਲ ਦੇਖੋ, ਠੀਕ ਹੈ। ਅਗਰ ਇਹ ਐਂਗਲ ਆਫ ਇੰਸੀਡੈਂਸ ਆ ਤੇ ਇਹ ਵੀ ਕੀ ਹੋਏਗਾ, ਐਂਗਲ ਆਫ ਇੰਸੀਡੈਂਸ। ਅਲਟਰਨੇਟ ਇੰਟੀਰੀਅਰ ਐਂਗਲ ਬਣਦੇ ਪਏ, ਥੀਸ ਆਰ ਟੂ ਪੈਰਲਲ ਲਾਈਨਸ, ਠੀਕ ਹੈ। ਅਲਟਰਨੇਟ ਇੰਟੀਰੀਅਰ ਐਂਗਲ ਟਰਾਂਸਵਰਸਲ ਜਿਹੜੀ ਬਣਾ ਰਹੀ, ਠੀਕ ਹੈ ਨਾ। ਸੋ N2 ਕਿਹਦਾ ਰਿਫਰੈਕਟਿਵ ਇੰਡੈਕਸ ਲੈਣਾ, ਜਿੱਧਰੋਂ ਲਾਈਟ ਆ ਰਹੀ, ਵਾਟਰ ਚੋਂ ਆ ਰਹੀ ਹੈ, ਠੀਕ ਹੈ, ਵਾਟਰ ਵੱਲੋਂ ਆ ਰਹੀ ਹੈ। N2 ਰਿਫਰੈਕਟਿਵ ਇੰਡੈਕਸ ਵਾਟਰ ਦਾ, ਜਿਹਦੇ ਵੱਲ ਨੂੰ ਜਾ ਰਹੀ, 에ਅਰ ਵੱਲ ਨੂੰ ਜਾ ਰਹੀ ਹੈ, N1 ਰਿਫਰੈਕਟਿਵ ਇੰਡੈਕਸ 에ਅਰ ਦਾ। ਸੋ ਅਪਰੈਂਟ ਡੈਪਥ ਜੋ ਅਬਜ਼ਰਵਰ ਨੂੰ ਨਜ਼ਰ ਆਈ ਦੈਟ ਇਜ਼ D ਡੈਸ਼, ਠੀਕ ਹੈ। ਸੋ ਇਹ ਬੇਟਾ ਜਿਹੜੀ ਹੈਗੀ ਸਾਡੇ ਕੋਲ ਦਿਸ ਡਿਸਟੈਂਸ ਇਜ਼ ਨੋਨ ਐਜ਼ X, ਇਹਨੂੰ ਅਸੀਂ ਕੀ ਲੈਣਾ ਆ, X ਲੈਣਾ, ਠੀਕ ਹੈ। ਇਹ ਗੱਲ ਦਾ ਖਿਆਲ ਰੱਖਣਾ, ਦਿਸ ਡਿਸਟੈਂਸ ਇਜ਼ ਨੋਨ ਐਜ਼ X। ਹੁਣ ਸਨੈਲਸ ਲਾਅ ਅਪਲਾਈ ਕਰੋ। ਸਨੈਲਸ ਲਾਅ ਸਾਨੂੰ ਕੀ ਕਹਿੰਦਾ ਹੈ, N2 into sin I, N2 ਇਹਦਾ ਰਿਫਰੈਕਟਿਵ ਇੰਡੈਕਸ ਤੁਹਾਨੂੰ ਮੈਂ ਯਾਦ ਕਰਾਇਆ ਸੀ ਨਾ ਕਿ ਜਿਹਦਾ ਰਿਫਰੈਕਟਿਵ ਇੰਡੈਕਸ ਸਾਈਨ ਆਫ ਐਂਗਲ ਆਫ ਇੰਸੀਡੈਂਸ, ਜਿਹੜੇ ਪਾਸੇ ਦਾ ਸਾਈਨ ਲੈਣਾ ਨਾ ਐਂਗਲ ਦਾ, ਠੀਕ ਹੈ, ਉਧਰਲਾ ਰਿਫਰੈਕਟਿਵ ਇੰਡੈਕਸ ਉਹਨੂੰ ਮਲਟੀਪਲਾਈ ਕਰਨਾ। N2 sin I ਇਜ਼ ਇਕੁਅਲ ਟੂ N1 sin R। R ਕਿੱਧਰ ਬਣ ਰਿਹਾ, 에ਅਰ ਦੇ ਵਿੱਚ, N1 ਕਿਹਦਾ ਰਿਫਰੈਕਟਿਵ ਇੰਡੈਕਸ, 에ਅਰ ਦਾ, N1 into sin of R, N2 into sin I, ਠੀਕ ਹੈ। ਹੁਣ ਕੀ ਹੈ, ਰੇਜ਼ ਜਿਹੜੀਆਂ ਪੈਰਾਐਕਸੀਅਲ ਰੇਜ਼ ਆ, ਠੀਕ ਹੈ ਨਾ, ਰੇਜ਼ ਪੈਰ ਆ ਬਹੁਤਾ ਵੱਡਾ ਨਹੀਂ ਹੈਗਾ ਕੋਈ, X ਬਹੁਤ ਛੋਟਾ ਹੈ, ਠੀਕ ਹੈ ਨਾ, ਸਮਝ ਲੱਗੀ। ਦ ਰੇਜ਼ ਆਰ ਪੈਰਾਐਕਸੀਅਲ। ਸੋ ਕੀ ਹੈਗਾ ਬੇਸਿਕਲੀ ਦੇਖੋ, ਸਾਡੇ ਕੋਲ ਇਹ ਫਾਰਮੂਲਾ ਹੈ ਕਿ ਜਦੋਂ ਲਿਮਿਟ ਥੀਟਾ ਅਪਰੋਚਿਸ ਟੂ 0 ਆ ਤੇ ਸਾਈਨ ਥੀਟਾ ਕਿਹਦੇ ਬਰਾਬਰ ਹੋ ਜਾਂਦਾ ਹੈ, ਥੀਟਾ ਦੇ, ਠੀਕ ਹੈ। ਵੀ ਟੇਕ ਇਟ ਐਸ ਥੀਟਾ, ਜਾਂ ਟੈਨ ਥੀਟਾ ਕਿਹਦੇ ਬਰਾਬਰ ਹੋ ਜਾਂਦਾ, ਥੀਟਾ ਦੇ। ਐਂਗਲ I ਤੇ ਐਂਗਲ R ਬੜੇ ਸਮਾਲ ਹੈਗੇ, ਬਹੁਤ ਛੋਟੇ ਹੈਗੇ, ਠੀਕ ਹੈ। ਸੋ ਆਪਾਂ ਕੀ ਲਿਖ ਸਕਦੇ ਹਾਂ, ਸਾਈਨ ਆਫ I ਬਹੁਤ ਛੋਟੇ ਆ ਦਾ ਮਤਲਬ ਦੇ ਵਿਲ ਅਪਰੋਚ ਆਲਮੋਸਟ ਟੂ 0, ਠੀਕ ਹੈ। ਐਂਗਲ I ਤੇ ਐਂਗਲ R, ਸਾਈਨ I is approximately written as I, sin R is written as R, which is equal to tan I is equal to tan R, ਠੀਕ ਹੈ। ਹੁਣ ਉਹ ਜਿਹੜਾ ਸਨੈਲਸ ਲਾਅ ਦਾ ਐਕਸਪ੍ਰੈਸ਼ਨ, ਸਨੈਲਸ ਲਾਅ ਦਾ ਐਕਸਪ੍ਰੈਸ਼ਨ N2 sin I is equal to N1 sin R, ਇਹਦੇ ਚ ਬੇਟਾ ਅਸੀਂ sin I ਕਿਹਦੇ ਬਰਾਬਰ ਹੈ, tan I ਦੇ, sin R ਕਿਹਦੇ ਬਰਾਬਰ, tan R। ਅਸੀਂ ਇੱਥੇ sin I ਨੂੰ tan I ਨਾਲ ਰਿਪਲੇਸ ਕਰਤਾ, sin R ਨੂੰ tan R ਨਾਲ ਰਿਪਲੇਸ ਕਰਤਾ। ਹੁਣ tan I, ਧਿਆਨ ਨਾਲ ਦੇਖੋ, tan ਕੀ ਹੁੰਦਾ ਹੈ, tan is perpendicular upon base, ਠੀਕ ਹੈ। ਇਹ ਵਾਲੀ ਟ੍ਰਾਇੰਗਲ ਦੇਖੋ, ਠੀਕ ਹੈ, ਦਿਸ ਟ੍ਰਾਇੰਗਲ ਪਰਪੈਂਡੀਕੂਲਰ ਕੀ ਹੈਗਾ ਬੇਟਾ, ਇਹਦੇ ਚ ਪਰਪੈਂਡੀਕੂਲਰ ਇਜ਼ ਦਿਸ X, ਠੀਕ ਹੈ। ਤੇ ਬੇਸ ਕੀ ਹੈਗਾ ਸਾਡੇ ਕੋਲ, ਠੀਕ ਹੈ, ਬੇਸ ਇਜ਼ D ਡੈਸ਼, ਸੌਰੀ D, ਠੀਕ ਹੈ। ਇੱਕ ਟ੍ਰਾਇੰਗਲ ਦੇ ਵਿੱਚ ਸਾਡੇ ਕੋਲ D ਹੈ, ਇੱਕ ਟ੍ਰਾਇੰਗਲ ਦੇ ਵਿੱਚ tan I ਅਗਰ ਦੇਖਦੇ ਆਪਾਂ, tan I ਵਾਲੀ ਆ ਦੇਖੋ ਹੈਗੀ ਦਿਸ ਲਾਰਜਰ ਟ੍ਰਾਇੰਗਲ, ਠੀਕ ਹੈ, ਦਿਸ ਲਾਰਜਰ ਵਨ, ਠੀਕ ਹੈ। ਇਹ ਵਾਲੀ tan I, ਇਹਦੇ ਚ X ਪਰਪੈਂਡੀਕੂਲਰ ਹੋ ਗਿਆ, ਬੇਸ ਕੀ ਹੋ ਗਿਆ, ਦਿਸ ਵਨ ਇਜ਼ ਬੇਸ, ਠੀਕ ਹੈ।
ਜਿਹੜਾ ਥੀਟਾ ਦੇ ਨਾਲ ਵਾਲਾ ਹੁੰਦਾ ਉਹ ਬੇਸ ਹੁੰਦਾ, ਠੀਕ ਹੈ, डी, ठीक है। सो ये क्या आएगा, tan आई क्या आ जाएगा, परपेंडिकुलर अपॉन बेस x/d, ठीक है। tan r के वास्ते छोटी ट्राइंगल लवांगे, दिस वन, ठीक है, ए वाली ट्राइंगल, दिस इज परपेंडिकुलर, दिस इज बेस इज d डैश, परपेंडिकुलर इज x, ठीक है। सो इत्थे आपां पुट कीता n2 x/d इज इक्वल टू n1 x/d डैश, ठीक है। x नाल x साडे को कैंसल हो जाना, वी विल गेट n2/n1 इज इक्वल टू d/d डैश विच इज इक्वल टू, साडे को रिलेशन डराइव हो गया, n2/n1 इज रियल डेप्थ बाय अपरेंट डेप्थ वेयर d and d डैश आर मेजर फ्रॉम सरफेस, क्लीयर, ठीक है। हुण सानू की है, सानू n2 पता है, n1 पता है, दो रिफ्रैक्टिव इंडेक्स मीडिया दे दिते हैं, पेयर ऑफ मीडिया दे सानू रियल डेप्थ दिती है तो आप अपरेंट कढ सकते हैं, अपरेंट दिती है तो रियल कढ सकते हैं। जब मान लो रियल डेप्थ अपरेंट डेप्थ दिती है तो असीं की कर सकते हैं, एक मीडियम का रिफ्रैक्टिव इंडेक्स देता दूजे का कढ सकते हैं, ठीक है ना। ये सारियां चीज़ां आपां निकाल सकते हैं, ठीक है। सो हुण देखो नैक्सट आर्टिकल साडा हैगा शिफ्ट थ्रू अ ग्लास स्लैब, ठीक है। हुण एक ग्लास स्लैब असीं लाइट के पाथ दे विच प्लेस करनी है, ठीक है। कोई किसी ऑब्जैक्ट नूं ग्लास स्लैब दे विचों दी देखना, अगर तो आप डायरैक्टली देख रहे हैं फिर तो सानूं ऑब्जैक्ट की रियल पोजीशन ही नज़र आएगी जो होएगी, पर अगर आप ग्लास स्लैब के विचों दी ऑब्जैक्ट नूं देखते हैं तो की सानूं ऑब्जैक्ट की रियल पोजीशन नज़र आउंदी है कि जां ऑब्जैक्ट शिफ्टड नज़र आउंदा है। एक्चुअल दे विच ऑब्जैक्ट सानूं शिफ्टड नज़र आएगा, ठीक है। क्यों, क्योंकि ऑब्जैक्ट क्यों नज़र आउंदा है, क्योंकि सानूं साडियां आईज च ऑब्जैक्ट तो लाइट रिफ्लैक्ट होकर एंटर कर रही है। अगर आप उस वो जी लाइट ऑब्जैक्ट तो आ रही है वो रस्ते च ग्लास स्लैब रखते हैं तो की होएगा, वो लाइट रिफ्रैक्ट करेगी ग्लास स्लैब के सरफेसिस से, रिफ्रैक्ट करके बेंड करेगी तो फिर सानू ऑब्जैक्ट की रियल पोजीशन नज़र नहीं आएगी। देखो किवें, ठीक है। लेट अस सपोज दिस इज ऑब्जैक्ट ओ, इनू ध्यान नाल देखना है, ऑब्जैक्ट ओ हैगा, ये रियल पोजीशन ऑब्जैक्ट की असल च इत्थे पिया। अगर ये ग्लास स्लैब ना हो तो मैं इत्थों देखा तो मैनू इत्थे नज़र आएगा, ठीक है। हुण मैं की कीता, मैं रस्ते च ग्लास स्लैब रखता जिहदा रिफ्रैक्टिव इंडेक्स न्यू आ, ठीक है। आसे पासे एयर आ, इधरले पासे भी एयर आ ग्लास स्लैब के, इधरले पासे सराउंडिंग मीडियम सराउंडिंग द ग्लास स्लैब इज एयर का रिफ्रैक्टिव इंडेक्स असीं 1 लै रहे हैं, ठीक है। सो की है, देखो दिस इज फर्स्ट इंटरफेस, दिस इज सैकंड इंटरफेस जिथे मीडियम चेंज करता, फर्स्ट इंटरफेस सैकंड इंटरफेस। हुण सब तो पहला ऑब्जैक्ट तो बेटा इत्थों असीं ऑब्जैक्ट नूं ऑब्जर्व कर रहे हैं, ठीक है। फाइनली अगर इनिशियली मान लो मैं किसी तरह इस ग्लास स्लैब के विच बैठ जावां, किसी तरीके नाल मैं ग्लास स्लैब के विच बैठ गया, मेरे वास्ते आ इंटरफेस हो गया, मतलब लाइट कित्थों आएगी ऑब्जैक्ट तो, मैं ऑब्जैक्ट नूं देखना ग्लास स्लैब के विच बैठ के, लाइट आएगी ऑब्जैक्ट तो, इत्थे बैंड करेगी इंटरफेस ते, बैंड करके मैनू इत्थे मैं बैठा हाँ ग्लास स्लैब के विच, मैनू नज़र आएगी ऑब्जैक्ट की पोजीशन, और रियल पोजीशन नहीं नज़र आएगी, मैनू उहदी अपरेंट पोजीशन, ठीक है, नज़र आएगी, ठीक है। देखो किवें मैं की कीता, मैं लाइट रे इत्थों पाई, ठीक है। हुण आ मेरे कोल नॉर्मल हैगा, दिस इज नॉर्मल टू द इंटरफेस, लाइट रे रेयरर टू डेंसर आ रही है, ग्लास इज डेंसर दैन एयर, रेयरर टू डेंसर आ रही है, टूवर्ड्स दी नॉर्मल बेंड होगी, नॉर्मल वल नूं बेंड होगी, उन्हें जाना किधर ही, सीधी जाना, पर वो बेंड किधर होगी, नॉर्मल वल नूं बेंड होगी। हुण जिहड़ा बंदा इत्थे बैठा है उन्होंने की लगना है भी लाइट उन्होंने पिछे एक्सटेंड करेगा, पिछे एक्सटेंड करके भी लाइट कित्थों आ रही है, इत्थों। ਇਹਦਾ मतलब अगर मैं ग्लास स्लैब ਦੇ ਵਿੱਚ बैठ जावां तो मैनू लगना है भी ऑब्जैक्ट इत्थे नहीं हैगा, ऑब्जैक्ट कित्थे हैगा, इत्थे हैगा, ये इनिशियल इमेज बनिया। अगर मैं ग्लास स्लैब ਦੇ ਵਿੱਚ बैठा, पता चल गया, ठीक है, फस्ट इंटरफेस से, ठीक है। अगर मैं ग्लास स्लैब ਦੇ ਵਿੱਚ बैठ जावां इमीजिएटली आफ्टर फस्ट इंटरफेस तो मैनू लगना भी ऑब्जैक्ट इत्थे नहीं हैगा, इत्थे हैगा, ठीक है। हुण फिर आ मतलब रियल इमेज नहीं सानू, रियल ऑब्जैक्ट नहीं सानू नज़र आना, रियल पोजीशन नहीं नज़र आनी, सानू अपरेंट पोजीशन नज़र आई, उन्होंने अपरेंट इमेज जी बनती पई उन्होंने आई नाम देता, ठीक है, इनिशियल इमेज, ठीक है। हुण मैं तो इमेज नूं इत्थों देखना है ऑब्जैक्ट नूं फाइनली, ठीक है। फिर मैं की करदा आ, मैं देखो मैं ये बाहरले पासे जाना, ठीक है, इधरले पासे, हुण मैं ऑब्जैक्ट नूं इत्थों देख रहा, ए वाली साइड तो ग्लास स्लैब तो बाहर आ गया, सैकंड इंटरफेस वास्ते ध्यान रखो, सैकंड इंटरफेस वास्ते ऑब्जैक्ट का काम किन्ने करना, इन्हें नहीं करना, इन्हें करना, समझ लगी। क्योंकि जो बंदा इत्थे बैठा ही विच, जो मैं विच बैठा मैनू की लगन दिया भी ऑब्जैक्ट कित्थे पिया, इत्थे पिया, इसदा मतलब इत्थों तक मैनू सैकंड इंटरफेस ते लाइट दे पहुंचण तो पहला तक मैनू की लगना भी ऑब्जैक्ट की सैकंड इंटरफेस ते वास्ते ऑब्जैक्ट कित्थे पिया है, इत्थे पिया है, ना कि इत्थे, समझ लगी ना। सैकंड इंटरफेस वास्ते ऑब्जैक्ट इत्थे पिया है। सो की है बेसिकली सैकंड इंटरफेस ते लाइट डेंसर टू रेयर मीडियम एंटर कर रही है तो वह अवे फ्रॉम दी नॉर्मल बेंड होगी, जाना उन्हें इधर नूं हीगा पर वह बेंड होगी अवे फ्रॉम दी नॉर्मल। अगर वह अवे फ्रॉम दी नॉर्मल बेंड हुई तो उन्होंने पिछे एक्सटेंड, जो ऑब्जर्वर इत्थे बैठा उन्होंने की लगना, वो पिछे एक्सटेंड करेगा, उन्होंने लगेगा कि इवें ऑब्जैक्ट कित्थे पिया आ, इत्थे पिया, समझ लगी। ਇਹਦਾ मतलब ਜਿਹੜਾ ऑब्जर्वर साडे कोल
ऑब्जेक्ट नू ग्लास स्लैब के दूजे पासों देखण दिया है, ठीक है ना, दूजे पासों, ठीक है, ਉਹਨੂੰ ਕੀ लगेगा कि ऑब्जेक्ट इत्थे पिया है। फाइनल इमेज ਜਿਹੜਾ ਉਹਨੂੰ नजर आएगा दैट विल बी हेयर, ठीक है। सो अगर ਉਹਨੂੰ ਇੱਥੇ ऑब्जेक्ट नजर आएगा ਇਹਦਾ मतलब ऑब्जेक्ट शिफ्ट हो गया, ठीक है ना। ਜਦੋਂ ਉਹਨੇ ग्लास स्लैब के थ्रू फिक्स व्यू किया तो ऑब्जेक्ट की इमेज शिफ्ट कर गई। असल च ऑब्जेक्ट इत्थे ही पिया है, असल रियल च, पर ਜਿਹੜਾ ਬੰਦਾ ਇੱਥੋਂ ਦੇਖੇਗਾ ਉਹਨੂੰ ਲੱਗੇਗਾ ਕਿ ऑब्जेक्ट ਇੱਥੇ ਪਿਆ ਦਾ मतलब शिफ्ट आ गया, शिफ्ट आ गया, ठीक है। ऑब्जेक्ट की पोजीशन ਦੇ ਵਿੱਚ अपरेंट शिफ्ट आ गया, रियल शिफ्ट नहीं आया। रियल शिफ्ट तो वजह ऑब्जेक्ट सच्ची उत्थे रख दो, ये अपरेंट शिफ्ट हैगी, ठीक है ना। सानू लगता है जो ऑब्जर्वर इधरों देखेगा उन्होंने लगेगा भी शिफ्ट कर गया ऑब्जेक्ट, क्योंकि उन्होंने ऑब्जेक्ट इत्थे नजर आ रहा फाइनली, ठीक है। सो ग्लास स्लैब की थिकनेस अगर आप टी लेने आ, देखो टी थिकनेस ली, ठीक है। हुण की हैगा, ध्यान नाल देखो, साडे कोल शिफ्ट जिहड़ी होएगी ए वाली शिफ्ट O2IF जिहड़ी शिफ्ट आएगी उसकी वैल्यू बेटा आएगी T इंटू 1 बाय T इंटू 1 माइनस 1 बाय न्यू, T मल्टीप्लाइड बाय 1 माइनस 1 बाय न्यू। दिस इज द शिफ्ट इन द पोजीशन ऑफ ऑब्जेक्ट, ठीक है। पता चल गया। इस फॉर्मूले नू भी हुण असी डिराइव करना है, दिस इज अ फॉर्मूला लर्न भी करना है, ठीक है। तो इनू बाद च असी डिराइव भी करना है। देखो किवें डिराइव करना है, ठीक है। पहला फर्स्ट इंटरफेस ले लो। फर्स्ट इंटरफेस आप रियल डेप्थ ते अपरेंट डेप्थ का कंसैप्ट यूज करना। हुणे असी फॉर्मूला ड्राइव करके आए हैं रियल डेप्थ ते अपरेंट डेप्थ का N2 by N1 इज इक्वल टू D by D डैश, ठीक है। सो यही फॉर्मूला असी यूज करेंगे N2 by N1 इज इक्वल टू D by D डैश। N2 की है जिधरों लाइट आ रही है, N1 की है जिधर लाइट जा रही है, ठीक है। सो D by D डैश, D की है रियल डेप्थ, D डैश की है अपरेंट डेप्थ। हुण N2 की है जिधरों लाइट आ रही है, किधरों लाइट आ रही है, एयर वालों आ रही है, एयर वालों आ रही है। इट मीनस N2 नू की लोगे, एयर का रिफ्रैक्टिव इंडेक्स 1 भरता। N1 जिधर लाइट जा रही है, ग्लास पहला इंटरफेस जो लेना ना उदों असी इत्थे बहना है, ऑब्जर्वर ने कित्थे बहना, ग्लास स्लैब दे विच बहना, ठीक है, समझ लगी। सो उहदे वास्ते N2 1 हो गया जिधरों लाइट आ रही है एयर तो, ते ग्लास स्लैब का रिफ्रैक्टिव इंडेक्स न्यू लै रहे हैं असी इज इक्वल्स टू D रियल डेप्थ। रियल डेप्थ की हैगी बेटा, देखो ऑब्जेक्ट की एस इंटरफेस तो, सरफेस तो लेने ना पर डेप्थ रियल ते अपरेंट। सो सरफेस हुण किहड़ा काम कर रहा है, फर्स्ट इंटरफेस तो असी रियल डेप्थ ले ली X, ए देखो फर्स्ट इंटरफेस तो, ठीक है, देखो रियल डेप्थ लई है X, ऑब्जेक्ट की रियल डेप्थ O2 दिस इंटरफेस दैट इज X आल देता है मैं, ठीक है। सो मैं लिखता X, D डैश में फाइंड करनी है अपरेंट डेप्थ, ठीक है। सो D डैश की वैल्यू मेरे को की आ गई म्यू इंटू X इथों, ठीक है, मैथमेटिकली मेरे को आ गई वैल्यू। हुण आओ सैकेंड इंटरफेस ते, दूजे इंटरफेस ते भी वही फॉर्मूला लाओ, ठीक है। हुण इत्थे आई, ठीक है, जिहड़ा आ बेटा हैगा मैं तुहानूं दस्सिया सीगा। हुण ऑब्जेक्ट दा काम, सैकेंड इंटरफेस वास्ते ऑब्जेक्ट की है, आ वाला ऑब्जेक्ट, ऐ नहीं हैगा, ऐ ऑब्जेक्ट, ठीक है। सो की होएगा, आई विल एक्ट एज वर्चुअल ऑब्जेक्ट फॉर द सैकेंड इंटरफेस। N2 by N1 इज इक्वल, फिर वही फॉर्मूला ला दो रियल ते अपरेंट डेप्थ दा। N2 की है जिधरों लाइट आ रही है, किधरों आ रही है, हुण सैकेंड इंटरफेस च देखिए तो साडे कोल लाइट आ रही ग्लास चों, सैकेंड इंटरफेस आ वाला ना, ये लाइट ग्लास तो आ रही है, एयर च जा रही है। सो ग्लास तो आ रही है N2 ग्लास, ठीक है, वाला लवांगे न्यू बाय N1 जेड़ा जिधर लाइट जा रही है 1 लवांगे एयर का। सो D की हैगा रियल डेप्थ T प्लस न्यू X। ध्यान नाल देखो ए साडे कोल की आया बेटा D डैश, पहले केस च पहले इंटरफेस जेड़ा D डैश आया न्यू X आया, तो D डैश किहड़ा आही होएगा, पहले इंटरफेस ने इमेज कित्थे बनाई ही, इत्थे बनाई। सो न्यू X आ बन गया, पता चल गया, ठीक है। न्यू X यही वैल्यू आई ना मैथमेटिकली, न्यू X D डैश की वैल्यू, ठीक है, न्यू X लिखता आप, ठीक है। सो हुण ये बेटा जिहड़ा न्यू X हैगा साडे कोल, ठीक है। सैकेंड इंटरफेस की गल करिए, आ देखो सैकेंड इंटरफेस वास्ते ऑब्जेक्ट की डेप्थ की हैगी है, ध्यान नाल देखो। सरफेस तो मैजर करनी डेप्थ, मैं तुहानूं पहलां दस्सिया सी, सरफेस तो मैजर करनी, T थिकनेस आ होगी ग्लास स्लैब की, प्लस सैकेंड इंटरफेस वास्ते ऑब्जेक्ट की पोजीशन केड़ी है, ऑब्जेक्ट किहड़ा आ, तो इहदा कितना वा डिस्टेंस फर्स्ट इंटरफेस तो न्यू X, तो प्लस आ डी थिकनेस प्लस करो T प्लस न्यू X, इन्नी जी लेंथ वा एक होगी T प्लस न्यू X, ठीक है। सो असी रियल डेप्थ सैकेंड इंटरफेस वास्ते लिखी T प्लस न्यू X बाय D डैश, D डैश की इत्थों वैल्यू कढो T प्लस न्यू X बाय न्यू। हुण शिफ्ट की हैगी, शिफ्ट आएगी साडे को OA माइनस IF इंटू A, OA चों आ घटा दो तो आ बच गया, OA चों पूरे चों इन्ने पूरे चों आ घटा दो तो आ बच जाएगा, ठीक है। सो की है साडे कोल शिफ्ट इज OA माइनस IF इंटू A, ठीक है। OA की है, OA नूं ध्यान नाल देखोगे डायग्राम चों, ठीक है, डायग्राम तुसीं ड्रॉ कीती है, नोट्स चों देख सकते हो,
ठीक है। ओ ए की है बेटा एक्स प्लस टी, ठीक है। ओ इज एक्स प्लस टी माइनस आई एफ इंटू ए की है टी प्लस न्यू एक्स बाय न्यू, ठीक है। ਇਹਦਾ ਐਲਸੀਅਮ ਲੈ ਕੇ ਜਦੋਂ ਇਹਨੂੰ ਕੈਲਕੂਲੇਟ ਕਰੋਗੇ ਨਿਊ ਐਕਸ ਤੇ ਨਿਊ ਐਕਸ ਕੈਂਸਲ ਹੋ ਜਾਣੇ, ਸਾਡੇ ਕੋਲ ਕੀ ਆਏਗਾ s ਇਜ਼ ਇਕੁਅਲ ਟੂ ਟੀ ਇੰਟੂ ਨਿਊ ਮਾਈਨਸ 1 ਬਾਈ ਨਿਊ। ਇਹਨੂੰ ਠੀਕ ਹੈ ਕਰੋਗੇ ਸੋਲਵ, ਦਿਸ s ਇਜ਼ ਇਕੁਅਲ ਟੂ ਟੀ 1 ਮਾਈਨਸ 1 ਬਾਈ ਨਿਊ। ਦਿਸ ਇਜ਼ ਦ ਸ਼ਿਫਟ ਥਰੂ ਦ ਗਲਾਸ ਸਲੈਬ ਵੈਨ ਵੀ ਅਬਜ਼ਰਵ ਦ ਆਬਜੈਕਟ ਥਰੂ ਦ ਗਲਾਸ ਸਲੈਬ। ਅਜ਼ੰਪਸ਼ਨਸ ਕੀ ਹੈਗੀਆਂ ਇਸ ਆਰਟੀਕਲ 'ਚ ਕਿ ਰੇਜ਼ ਪੈਰਾਐਕਸੀਅਲ ਹੋਣੀਆਂ ਚਾਹੀਦੀਆਂ, ਠੀਕ ਹੈ। ਐਂਗਲ ਜਿਹੜੇ ਇਨਵੋਲਵਡ ਆ ਛੋਟੇ ਹੋਣੇ ਚਾਹੀਦੇ ਆ, ਪੈਰਾਐਕਸੀਅਲ ਰੇਜ਼ ਹੋਣ, ਠੀਕ ਹੈ। ਮੀਡੀਅਮ ਔਨ ਦਾ ਬੋਥ ਸਾਈਡ ਜਿਹੜਾ ਸੇਮ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਗਲਾਸ ਸਲੈਬ ਦੇ ਆਸ ਪਾਸੇ ਕੋਈ ਹੋਰ ਮੀਡੀਅਮ ਹੋਵੇ ਤੇ ਦੂਜੇ ਪਾਸੇ ਕੋਈ ਹੋਰ ਮੀਡੀਅਮ ਹੋਵੇ, ਜਿਹੜਾ ਮਰਜੀ, ਠੀਕ ਹੈ। ਜ਼ਰੂਰੀ ਨਹੀਂ ਵੀ ਏਅਰ ਹੀ ਹੋਵੇ, ਪਰ ਦੋਵੇਂ ਪਾਸੇ ਸੇਮ ਹੋਵੇ। ਸਰਾਊਂਡਿੰਗ ਦਾ ਗਲਾਸ ਸਲੈਬ ਜਿਹੜਾ ਮੀਡੀਅਮ ਉਹ ਸੇਮ ਹੋਵੇ। ਅਗਰ ਮੀਡੀਅਮ ਏਅਰ ਨਹੀਂ, ਹੁਣ ਇੱਥੇ ਤਾਂ ਆਪਾਂ ਏਅਰ ਲੈ ਕੇ ਚੱਲੇ ਆ, ਅਗਰ ਏਅਰ ਮੀਡੀਅਮ ਨਹੀਂ ਹੈਗਾ ਗਲਾਸ ਸਲੈਬ ਦੇ ਦੋਨੋਂ ਪਾਸੇ, ਦੈਨ s ਇਜ਼ ਇਕੁਅਲ ਟੂ ਟੀ ਇੰਟੂ ਸ਼ਿਫਟ ਕੀ ਆਏਗਾ ਸਾਡੇ ਕੋਲ 1 ਮਾਈਨਸ ਨਿਊ ਸਰਾਊਂਡਿੰਗ ਬਾਏ ਨਿਊ ਸਲੈਬ, ਠੀਕ ਹੈ। ਨਿਊ ਸਰਾਊਂਡਿੰਗ ਦਾ ਆ ਜਾਏਗਾ ਇੱਥੇ, ਕਿਉਂਕਿ ਅੱਗੇ ਕੀ ਆ ਰਿਹਾ 1 ਮਾਈਨਸ टी इंटू 1 माइनस 1 बाई न्यू। 1 किदा एयर का हीगा, पर हुण अगर एयर तो बिना कोई होर सराउंडिंग मीडियम, फिर उत्थे रिफ्रैक्टिव इंडेक्स सराउंडिंग मीडियम का आएगा। दिस विल बी द फॉर्मूला इफ द मीडियम सराउंडिंग द ग्लास स्लैब इज नॉट एयर, ठीक है। डिस्टेंस ऑफ ऑब्जेक्ट फ्रॉम द स्लैब डज नॉट मैटर फॉर शिफ्ट। ऑब्जेक्ट ग्लास स्लैब तो किन्ने डिस्टेंस ते पे आया, देखो फार्मूले च किते आ रहा ऑब्जेक्ट का डिस्टेंस, ठीक है। ग्लास स्लैब तो नहीं ना आ रहा, सो ਇਹਦਾ मतलब शिफ्ट ਜਿਹੜੀ ਆ कि किन्ना शिफ्ट करेगा, ठीक है। ऑब्जेक्ट ਉਹਦਾ ਇਮੇਜ ਕਿੰਨਾ ਸ਼ਿਫਟ ਕਰੇਗਾ, ਇਹ ਬੇਟਾ ਡਿਸਟੈਂਸ ਆਫ ਆਬਜੈਕਟ ਫਰਮ ਦਾ ਗਲਾਸ ਸਲੈਬ ਤੇ ਡਿਪੈਂਡ ਨਹੀਂ ਕਰਦਾ, ਠੀਕ ਹੈ। ਸੋ ਅਗਰ ਸ਼ਿਫਟ ਪੋਜ਼ਿਟਿਵ ਆ, ਫਿਰ ਆਪਾਂ ਸ਼ਿਫਟ ਕੀ ਲਵਾਂਗੇ ਵੀ ਇਹਦਾ ਮਤਲਬ ਸ਼ਿਫਟ ਇਜ਼ ਇਨ ਦਾ ਡਾਇਰੈਕਸ਼ਨ ਆਫ ਇਨਸੀਡੈਂਟ ਰੇ। ਸ਼ਿਫਟ ਕਿੱਧਰ ਨੂੰ ਹੋਏਗੀ, ਗਲਾਸ ਸਲੈਬ ਵੱਲ ਨੂੰ ਹੋਏਗੀ। ਅਗਰ ਸ਼ਿਫਟ ਨੈਗੇਟਿਵ ਆ, ਦੈਨ ਸ਼ਿਫਟ ਇਜ਼ ਇਨ ਦਾ ਆਪੋਜ਼ਿਟ ਡਾਇਰੈਕਸ਼ਨ ਆਫ ਦਾ ਇਨਸੀਡੈਂਟ ਰੇ। ਸ਼ਿਫਟ ਕਿੱਧਰ ਨੂੰ ਹੋਏਗੀ, ਪਿਛਾਂਹ ਨੂੰ ਹੋਏਗੀ, ਜਿੱਧਰੋਂ ਇਨਸੀਡੈਂਟ ਰੇ ਆ ਰਹੀ ਆ। ਇਨਸੀਡੈਂਟ ਰੇ ਦੀ ਡਾਇਰੈਕਸ਼ਨ ਦੇ ਆਪੋਜ਼ਿਟ ਅਗਰ, ਠੀਕ ਹੈ, ਸ਼ਿਫਟ ਹੋਈ ਹੈ ਤੇ ਫਿਰ ਉਹ ਨੈਗੇਟਿਵ ਆਏਗੀ। ਇਨਸੀਡੈਂਟ ਰੇ ਦੀ ਡਾਇਰੈਕਸ਼ਨ ਦੇ अलॉन्ग अगर शिफ्ट हुई है तो वो शिफ्ट की आएगी पॉजिटिव आएगी। इज इट क्लियर, ठीक है। सो नैक्सट जो बेटा साडा आर्टिकल है दैट इज क्रिटिकल एंगल एंड टोटल इंटरनल रिफ्लैक्शन, ठीक है। उहदियां एप्लीकेशनस ने विच इनवॉल्व ऑप्टिकल फाइबर्स मिराज इफेक्ट, ठीक है। वो असीं नैक्सट आर्टिकल दे विच नैक्सट लैक्चर च करदे हां, ठीक है। वाहिगुरू जी का खालसा वाहिगुरू जी की फतेह।